ਪੰਜਾਬ ਔਨਲਾਈਨ ਅਕੈਡਮੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਪੰਜਾਬ ਦੇ ਪੇਪਰਾਂ ਦੇ ਲਈ ਪੋਲਿਟੀ ਦੇ MCQ। ਅਤੇ ਇਹ ਜਿਹੜੇ ਅਸੀਂ ਕੁਐਸਚਨ ਤੁਹਾਨੂੰ ਕਰਾਵਾਂਗੇ ਪੇਪਰ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਪੰਜਾਬ ਦੇ ਪਹਿਲਾਂ ਜਿੰਨੇ ਵੀ ਪੇਪਰ ਆਏ ਨੇ ਪੰਜਾਬ ਦੇ ਵਿੱਚ ਅਤੇ SSC ਦੇ ਵਿੱਚ, ਉਹ ਜਿਹੜੇ ਕੁਐਸਚਨ ਰਿਪੀਟ ਨੇ ਅਤੇ ਵਾਰ-ਵਾਰ ਪੇਪਰਾਂ ਦੇ ਵਿੱਚ ਪਾਏ ਜਾਂਦੇ ਨੇ। ਸੋ ਅਸੀਂ ਸੈਸ਼ਨ ਨੂੰ ਸਟਾਰਟ ਕਰਦੇ ਹਾਂ ਜੀ। ਸਾਡਾ ਪਹਿਲਾ ਸਵਾਲ ਹੈ, ਹਾਊ ਮੈਨੀ ਆਰਟੀਕਲ ਆਰ ਦੇਅਰ ਇਨ ਇੰਡੀਅਨ ਕੌਨਸਟੀਟਿਊਸ਼ਨ। ਮਤਲਬ ਸੰਵਿਧਾਨ ਦੇ ਵਿੱਚ ਕਿੰਨੇ ਆਰਟੀਕਲ ਨੇ। ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀ ਉਹਦੇ ਵਿੱਚ ਕਿੰਨੇ ਆਰਟੀਕਲ ਸੀ ਜੀ? 395। ਕਿੰਨੇ ਆਰਟੀਕਲ ਸੀ? 395, ਜੋ ਅੱਜ ਵੱਧ ਕੇ ਕਿੰਨੇ ਹੋ ਗਏ? 450। ਇਸ ਤੋਂ ਇਲਾਵਾ ਸਵਾਲ ਇਹ ਆ, ਸੰਵਿਧਾਨ ਬਣ ਕੇ ਕਦੋਂ ਤਿਆਰ ਹੋਇਆ ਸੀ? ਸੰਵਿਧਾਨ ਜਿਹੜਾ ਬਣ ਕੇ ਤਿਆਰ ਹੋਇਆ ਸੀ ਆਪਣਾ 26 ਨਵੰਬਰ ਨੂੰ 1949 ਨੂੰ। ਇਸੇ ਕਰਕੇ ਸੰਵਿਧਾਨ ਦਿਵਸ ਜਦੋਂ ਮਨਾਇਆ ਜਾਂਦਾ ਅਤੇ ਲਾਗੂ ਹੋਇਆ ਸੀ ਆਪਣਾ 26 ਜਨਵਰੀ 1950 ਨੂੰ। ਸੈਕਿੰਡ ਸਵਾਲ ਇੱਥੋਂ ਆਉਂਦਾ, ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਹ ਉਹਦੇ ਵਿੱਚ ਅਨੁਸੂਚੀਆਂ ਕਿੰਨੀਆਂ ਸੀ? ਸ਼ਡਿਊਲ ਕਿੰਨੇ ਸੀ? ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਹਦੇ ਵਿੱਚ ਕਿੰਨੀਆਂ ਅਨੁਸੂਚੀਆਂ ਸੀ ਜੀ? 8 ਅਨੁਸੂਚੀਆਂ ਸੀ। ਅੱਜ ਵੱਧ ਕੇ ਕਿੰਨੀਆਂ ਹੋ ਗਈਆਂ? 12। 22 ਪਾਰਟ ਸੀ, ਅੱਜ ਵੱਧ ਕੇ ਕਿੰਨੇ ਹੋ ਗਏ? 25। ਅਤੇ ਬਣਾਇਆ ਸੰਵਿਧਾਨ ਕਿਹਨੇ ਸੀ? ਸੰਵਿਧਾਨ ਸਭਾ ਨੇ, ਜਿਹਨੂੰ ਆਪਾਂ CA ਬੋਲ ਦਿੰਦੇ ਹਾਂ। ਅਤੇ CA ਦਾ ਹੈੱਡ ਕੌਣ ਸੀ? ਯਾਨੀ ਕਿ ਡਰਾਫਟਿੰਗ ਕਮੇਟੀ। ਯਾਨੀ ਕਿ ਜਿਹੜਾ ਡਰਾਫਟ ਕਿਹਨੇ ਕੀਤਾ ਸੀ ਸੰਵਿਧਾਨ ਨੂੰ, ਉਹ ਆਪਣਾ ਕਿਹਨੇ ਕੀਤਾ ਸੀ? ਡਾਕਟਰ BR ਅੰਬੇਦਕਰ ਨੂੰ। ਇਸੇ ਕਰਕੇ ਉਹਨੂੰ ਸੰਵਿਧਾਨ ਦਾ ਕੀ ਕਿਹਾ ਜਾਂਦਾ? ਪਿਤਾ ਕਿਹਾ ਜਾਂਦਾ। ਠੀਕ ਹੈ। ਇੱਕ ਸਵਾਲ ਪੇਪਰ 'ਚ ਇਹ ਵੀ ਆ ਜਾਂਦਾ, BR ਅੰਬੇਦਕਰ ਨੇ ਸੰਵਿਧਾਨ ਦੀ ਆਤਮਾ ਕਿਹਨੂੰ ਕਿਹਾ ਸੀ? ਆਰਟੀਕਲ 32, ਅਨੁਛੇਦ 32। ਠੀਕ ਹੈ ਜੀ। ਚਲੋ ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਅਗਲਾ ਸਵਾਲ ਕੀ ਹੈ? ਇਨ ਇੰਡੀਅਨ ਕੌਨਸਟੀਟਿਊਸ਼ਨ ਦਾ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੈਜ਼ ਬੀਨ ਟੇਕਨ ਫਰੋਮ ਵਿਚ ਕੰਟਰੀ। ਮਤਲਬ ਜੋ ਰਾਸ਼ਟਰਪਤੀ ਦੇ ਚੁਣਨ ਦਾ ਪ੍ਰੋਸੈਸ ਹੈ ਉਹ ਆਪਾਂ ਕਿਹੜੇ ਦੇਸ਼ ਤੋਂ ਲਿਆ ਗਾ? ਇਹਦੇ ਆਪਸ਼ਨ ਹੈਗੇ ਨੇ ਬ੍ਰਿਟੇਨ, USA, ਆਇਰਲੈਂਡ, ਆਸਟ੍ਰੇਲੀਆ। ਜਿਹੜਾ ਆਪਾਂ ਪ੍ਰੋਸੈਸ ਆ ਜੀ ਇਹ ਲਿਆ ਗਾ ਆਸਟ੍ਰੇਲੀਆ ਤੋਂ, USA ਤੋਂ। ਤੁਹਾਨੂੰ ਪਤਾ ਜਿੰਨਾ ਵੀ ਜੁਡੀਸ਼ਰੀ ਦਾ ਕੰਮ ਹੈ, ਰਾਸ਼ਟਰਪਤੀ ਦਾ ਕੰਮ ਹੈ, ਯਾਨੀ ਕਿ ਨਿਆਂਪਾਲਿਕਾ ਦਾ ਕੰਮ ਹੈ, ਉਹ ਸਾਰਾ ਆਪਾਂ ਕਿਤੋਂ ਲਿਆ ਹੋਇਆ? USA ਤੋਂ। USA ਦੇ ਵਿੱਚ ਹੀ ਮਗਰ ਜੇ ਇੱਕ ਨਵਾਂ ਯਾਨੀ ਕਿ ਰਾਸ਼ਟਰਪਤੀ ਬਣਿਆ ਗਾ ਜੋ ਇਹ ਬਾਈਡਨ, ਜਿਹਨੇ ਕਿ ਟਰੰਪ ਨੂੰ ਕੀ ਕੀਤਾ ਗਾ? ਰਿਮੂਵ ਕੀਤਾ ਗਾ। ਅਤੇ ਇੱਕ ਸਵਾਲ ਇੱਥੋਂ ਇਹ ਬਣਦਾ, ਜਿਹੜਾ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਆ ਇਹਦੇ ਸੋਰਸ ਕੀ ਨੇ? ਇਹਦੇ ਅਲੱਗ-ਅਲੱਗ ਦੇਸ਼ਾਂ ਦੇ ਅਲੱਗ-ਅਲੱਗ ਸੋਰਸ ਨੇ। ਆਪਣੇ ਸੰਵਿਧਾਨ ਬਣਾਉਣ ਵਾਲੇ ਨੇ ਕੀ ਕੀਤਾ, ਜਦੋਂ ਸੰਵਿਧਾਨ ਬਣਾਉਂਦੇ ਸੀ ਉਹਨਾਂ ਨੇ ਅਲੱਗ-ਅਲੱਗ ਦੇਸ਼ਾਂ ਦੀਆਂ ਜਿਹੜੀਆਂ ਬੈਸਟ ਚੀਜ਼ਾਂ ਸੀ ਉਹ ਆਪਣੇ ਸੰਵਿਧਾਨ ਦੇ ਵਿੱਚ ਰੱਖਤੀਆਂ। ਜਿਵੇਂ ਆਪਣੇ ਕੋਲ ਜ਼ਿਆਦਾਤਰ ਜਿਹੜਾ ਪ੍ਰਭਾਵ ਹੈ ਕਿਹਦਾ ਪੈਂਦਾ ਗਾ? ਗੌਰਮੈਂਟ ਆਫ ਇੰਡੀਆ ਐਕਟ 1935 ਅਤੇ ਬ੍ਰਿਟਿਸ਼ ਯਾਨੀ ਕਿ UK ਦਾ। ਇਸ ਤੋਂ ਬਾਅਦ ਜਿਵੇਂ ਆਪਾਂ ਫਰੈਂਚ ਕੌਨਸਟੀਟਿਊਸ਼ਨ ਦਾ ਕੁਝ ਹਿੱਸਾ ਲੈ ਲਿਆ, ਆਇਰਲੈਂਡ ਦਾ ਲੈ ਲਿਆ, ਜਿਵੇਂ ਆਇਰਲੈਂਡ ਤੋਂ DPSP ਲੈ ਲਏ, ਆਸਟ੍ਰੇਲੀਆ ਤੋਂ ਕਨਕਰੈਂਟ ਲਿਸਟ ਐਂਡ ਟਰੇਡ ਐਂਡ ਕਮਰਸ ਲੈ ਲਿਆ, ਕੈਨੇਡਾ ਤੋਂ ਜਿਵੇਂ ਰੈਜੀਡਿਊਅਲ ਪਾਵਰ ਐਂਡ ਜਿਵੇਂ ਗਵਰਨਰ ਨੂੰ ਰਾਜਾਂ ਦੇ ਵਿੱਚ ਅਪੁਆਇੰਟਮੈਂਟ ਕਰਨੀ ਆ ਉੱਦਾਂ। ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਐਵੇਂ ਲੈ ਲਈਆਂ। ਸੋ ਜੋ ਵੀ ਵਧੀਆ ਲੱਗੀ ਚੀਜ਼ ਉਹ ਆਪਾਂ ਨੇ ਕੀ ਕਰ ਲਈ, ਆਪਣੇ ਦੇਸ਼ ਜਿਹੜੇ ਸੰਵਿਧਾਨ ਬਣਾਉਣ ਵਾਲੇ ਨੇ ਕੀ ਕਰ ਲਈ? ਕਾਪੀ ਕਰ ਲਈ। ਇਹਦਾ ਸਹੀ ਆਨਸਰ ਹੈਗਾ ਜੀ ਆਪਸ਼ਨ B। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। The mind and ideals of framer of constitution is adapted from the constitutions। ਮਤਲਬ ਜਿਹੜਾ ਆਪਣਾ ਇਹ ਹੈ ਆਈਡੀਅਲ ਬਣਦਾ, ਆਈਡੀਆ ਜਿਹਾ ਮਿਲਦਾ ਆਪਣਾ ਸੰਵਿਧਾਨ ਕਿੱਦਾਂ ਦਾ ਗਾ? ਇਹ ਕਿਹੜੀ ਚੀਜ਼ ਤੋਂ ਮਿਲਦਾ ਗਾ? ਇਹ ਮਿਲਦਾ ਪ੍ਰੈਂਬਲ ਤੋਂ, ਫੰਡਾਮੈਂਟਲ ਡਿਊਟੀ, ਫੰਡਾਮੈਂਟਲ ਰਾਈਟ, DPSP। ਦੇਖੋ ਇਹ ਬਣਦਾ ਆਪਣਾ ਕਿਤੋਂ ਬਣਦਾ ਜੀ? ਪ੍ਰੈਂਬਲ। ਇਹ ਯਾਨੀ ਕਿ ਜਿਹੜਾ ਆਈਡੀਆ ਮਿਲਦਾ ਕਿਤੋਂ ਮਿਲਦਾ ਗਾ? ਪ੍ਰੈਂਬਲ ਤੋਂ। ਇਹਦਾ ਆਨਸਰ ਕੀ ਆ? ਪ੍ਰੈਂਬਲ। ਹੁਣ ਸਵਾਲ ਪੇਪਰ 'ਚ ਇਹ ਵੀ ਬਣ ਜਾਂਦਾ, ਪ੍ਰੈਂਬਲ ਕਿਹੜੇ ਦੇਸ਼ ਤੋਂ ਲਿਆ ਗਿਆ? ਪ੍ਰੈਂਬਲ ਕਿਹੜੇ ਦੇਸ਼ ਤੋਂ ਲਿਆ ਗਿਆ? ਇਹ ਲਿਆ ਗਿਆ ਜੀ ਆਪਣਾ USA ਤੋਂ। ਅਤੇ ਫੰਡਾਮੈਂਟਲ ਡਿਊਟੀ ਕਿਤੋਂ ਲਈਆਂ ਗਈਆਂ? USSR ਤੋਂ। ਫੰਡਾਮੈਂਟਲ ਕਿਤੋਂ ਲਈਆਂ? USSR ਤੋਂ। ਔਰ USSR ਤੋਂ ਇੱਕ ਚੀਜ਼ ਹੋਰ ਵੀ ਲਈ ਹੋਈ ਆਪਾਂ, 5 year ਪਲਾਨ, 5 ਸਾਲਾ ਯੋਜਨਾਵਾਂ, ਜਿਹੜੀਆਂ ਹੁਣ ਕਿ 2015 ਦੇ ਵਿੱਚ 12ਵੀਂ ਯੋਜਨਾ ਦੇ ਨਾਲ ਹੀ ਖਤਮ ਹੋ ਗਈਆਂ। ਅਤੇ ਅਗਲਾ ਤੀਜਾ ਫੰਡਾਮੈਂਟਲ ਰਾਈਟ, ਇਹ ਵੀ ਆਪਾਂ ਕਿਤੋਂ ਲਏ ਆ? USA ਤੋਂ ਲਏ ਆ। ਇੱਕ ਫੰਡਾਮੈਂਟਲ ਡਿਊਟੀ ਹੈ, ਉਹ ਕਿਤੋਂ ਲਈਆਂ? ਉਹ ਵੀ ਕਿਤੋਂ ਲਈਆਂ ਆਪਾਂ? USSR ਤੋਂ। ਹੋ ਹੀ ਗਿਆ ਆਪਣਾ। DPSP ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆਪਾਂ ਕਿਤੋਂ ਲਈਆਂ? ਆਇਰਲੈਂਡ ਤੋਂ ਲਈਆਂ। ਠੀਕ ਹੈ ਜੀ। ਅਤੇ ਪ੍ਰੈਂਬਲ ਕੀ ਹੈ? ਪ੍ਰੈਂਬਲ ਦੇ ਵਿੱਚ ਕੀ ਹੈ? ਪ੍ਰੈਂਬਲ ਇੱਕ ਤਰ੍ਹਾਂ ਦਾ ਸਟਾਰਟਿੰਗ ਜਾਂ ਇੰਟਰੋਡਕਸ਼ਨ ਜਾਂ ਪੇਜ ਹੁੰਦਾ ਗਾ ਜਿਹਦੇ ਵਿੱਚ ਲਿਖਿਆ ਹੁੰਦਾ ਆਪਣੇ ਕੀ ਫੀਚਰ ਨੇ। ਜਿਵੇਂ ਪ੍ਰੈਂਬਲ ਦੇ ਵਿੱਚ ਆਹ ਵਰਡ ਐਜ਼ ਇਟ ਯੂਜ਼ ਕੀਤੇ ਹੁੰਦੇ ਆ, ਵੀ ਦਾ ਪੀਪਲ of India having solemnly resolved
to constitute India into sovereign, socialist, secular, democratic republic। sovereign ਦਾ ਮਤਲਬ ਕੀ ਹੈ? ਪ੍ਰਭੂ ਸੱਤਾ। ਮਤਾ ਆਪਾਂ ਆਜ਼ਾਦ ਹੈ, ਆਪਾਂ ਐ ਨਹੀਂ ਹੈਗਾ ਕਿਸੇ ਦੇਸ਼ ਦੇ ਪ੍ਰਭਾਵ ਹੇਠਾਂ ਆਪਾਂ ਉਹਨਾਂ ਦੇ ਮੁਤਾਬਕ ਕੰਮ ਕਰਾਂਗੇ। ਸੋਸ਼ਲਿਸਟ ਸਮਾਜਵਾਦੀ ਹੈ। ਸੈਕੂਲਰ ਮਤਲਬ ਕੋਈ ਵੀ ਧਰਮ ਨਹੀਂ, ਇੱਥੇ ਈਸਾਈ ਰਹੇ, ਹਿੰਦੂ ਰਹੇ, ਮੁਸਲਮਾਨ ਰਹੇ, ਸਿੱਖ ਰਹੇ, ਮਿਨੋਰਟੀ ਰਹੇ, ਕੋਈ ਚੱਕਰ ਨਹੀਂ। ਡੈਮੋਕ੍ਰੇਟਿਕ ਮਤਲਬ ਲੋਕਾਂ ਲਈ, ਰਿਪਬਲਿਕ ਮਤਲਬ ਚੁਣਿਆ ਹੋਇਆ ਨੁਮਾਇੰਦਾ ਹੈੱਡ ਲੋਕਾਂ ਦੁਆਰਾ। ਠੀਕ ਹੈ ਜੀ। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਅਗਲਾ ਸਵਾਲ ਕੀ ਹੈ? ਦ ਆਈਡੀਆ ਆਫ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਇਜ਼ ਅਡੈਪਟਡ ਫਰੋਮ। ਮਤਲਬ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਹੈ, ਆਪਾਂ ਕਿਹੜੇ ਦੇਸ਼ ਤੋਂ ਕਾਪੀ ਕੀਤੀ ਹੈ? ਇਹਦੇ ਆਪਸ਼ਨ ਹੈਗੇ ਨੇ US, UK, ਆਇਰਲੈਂਡ, USSR। ਦੇਖੋ ਆਪਣੇ ਸਭ ਤੋਂ ਵੱਧ ਜਾਣੀ ਕਿ ਪ੍ਰਭਾਵ ਕਿਹਦਾ ਰਹੇਗਾ? ਬ੍ਰਿਟਿਸ਼ ਦਾ, ਕਿਉਂਕਿ ਉਹਨਾਂ ਨੇ ਲੰਮਾ ਟਾਈਮ ਆਪਣੇ 'ਤੇ ਰਾਜ ਕੀਤਾ ਸੀ। ਅਤੇ ਇਹ ਜਿਹੜਾ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਹੈ, ਇਹ ਵੀ ਆਪਾਂ ਕਿਤੋਂ ਲਿਆ ਹੈਗਾ? UK ਤੋਂ। ਕਿਤੋਂ ਲਿਆ? ਬ੍ਰਿਟੇਨ ਤੋਂ। ਠੀਕ ਹੈ ਜੀ। ਚਲੋ ਜੀ, ਪਾਰਲੀਮੈਂਟ ਬਾਰੇ ਆਪਾਂ ਡਿਸਕਸ ਕਰ ਲਈਏ ਥੋੜ੍ਹਾ ਜਿਹਾ। ਪਾਰਲੀਮੈਂਟ ਆਪਣੇ ਦੇਸ਼ ਦੇ ਸੰਸਦ ਜੋ ਕਾਨੂੰਨ ਬਣਾਉਂਦੀ ਹੈ। ਪਾਰਲੀਮੈਂਟ ਦੇ ਵਿੱਚ ਕਿੰਨੇ ਹਾਊਸ ਨੇ? ਆਪਣੇ ਦੇਸ਼ ਦੇ ਵਿੱਚ ਪਾਰਲੀਮੈਂਟ ਦੇ ਕਿੰਨੇ ਹਾਊਸ ਨੇ? 2 ਹਾਊਸ ਨੇ ਜੀ, ਲੋਕ ਸਭਾ ਅਤੇ ਰਾਜ ਸਭਾ। ਠੀਕ ਹੈ ਜੀ। ਲੋਕ ਸਭਾ ਹਰ 5 ਸਾਲਾਂ ਬਾਅਦ ਚੁਣੀ ਹੁੰਦੀ ਹੈ, ਲੋਕਾਂ ਦੁਆਰਾ ਚੁਣੀ ਹੁੰਦੀ ਹੈ। ਇਹਨੂੰ ਪੀਪਲ ਆਫ ਹਾਊਸ ਵੀ ਬੋਲਿਆ ਜਾਂਦਾ। ਰਾਜ ਸਭਾ ਕੀ ਹੈ? ਇਹ 6 ਸਾਲਾਂ ਵਾਸਤੇ ਚੁਣੀ ਹੁੰਦੀ ਹੈ। ਰਾਜ ਸਭਾ ਦਾ ਹਾਊਸ ਇੱਦਾਂ ਦਾ ਜਿਹੜਾ ਕਦੇ ਵੀ ਭੰਗ ਨਹੀਂ ਹੁੰਦਾ, ਅਤੇ ਇਹ ਹਰ 2 ਸਾਲ ਬਾਅਦ ਨਵੇਂ ਮੈਂਬਰ ਇਹਦੇ ਵਿੱਚ ਆ ਜਾਂਦੇ ਆ। ਲੋਕ ਸਭਾ ਇੱਦਾਂ ਜਿਹਦੇ 5 ਸਾਲਾਂ ਬਾਅਦ ਇਲੈਕਸ਼ਨ ਹੋਣੇ ਆ, ਵੋਟਾਂ ਪੈਣੀਆਂ, ਅਤੇ ਲੋਕ ਸਭਾ ਜ਼ਿਆਦਾ ਮਜ਼ਬੂਤ ਹੁੰਦਾ ਰਾਜ ਸਭਾ ਦੇ ਨਾਲੋਂ। ਠੀਕ ਹੈ ਜੀ। ਹੁਣ ਪਾਰਲੀਮੈਂਟ ਦੇ ਵਿੱਚ ਕਿਹੜੀਆਂ ਸਵਾਲ ਕਈ ਵਾਰ ਬਣ ਜਾਂਦਾ। ਪਾਰਲੀਮੈਂਟ ਦੇ ਵਿੱਚ ਕਿੰਨੀਆਂ ਚੀਜ਼ਾਂ ਆ ਜਾਂਦੀਆਂ? ਲੋਕ ਸਭਾ ਪਲੱਸ ਰਾਜ ਸਭਾ ਪਲੱਸ ਪ੍ਰੈਜ਼ੀਡੈਂਟ। ਠੀਕ ਹੈ ਜੀ। ਇਹਨਾਂ 3 ਚੀਜ਼ਾਂ ਤੋਂ ਕੀ ਬਣਦੀ ਹੈ? ਪਾਰਲੀਮੈਂਟ ਬਣਦੀ ਹੈ। ਕਾਨੂੰਨ ਬਣਾਉਣਾ, ਕਿਸੇ ਵੀ ਹਾਊਸ ਨੇ ਮੰਨ ਲਓ ਲਿਆਂਦਾ ਕੋਈ ਬਿੱਲ, ਮੰਨ ਲਓ ਰਾਜ ਸਭਾ ਨੇ ਲਿਆਂਦਾ, ਪਹਿਲਾਂ ਰਾਜ ਸਭਾ ਦੇ ਵਿੱਚ ਪਾਸ ਹੋਊਗਾ, ਜਦੋਂ ਰਾਜ ਸਭਾ ਦੇ ਪਾਸ ਹੋ ਗਿਆ ਲੋਕ ਸਭਾ 'ਚ ਪਾਸ ਹੋਊਗਾ, ਲੋਕ ਸਭਾ ਤੋਂ ਬਾਅਦ ਇਹ ਤੋਂ ਬਾਅਦ ਪ੍ਰੈਜ਼ੀਡੈਂਟ ਕੋਲ ਜਾਊਗਾ, ਪ੍ਰੈਜ਼ੀਡੈਂਟ ਉਹਦੇ 'ਤੇ ਸਾਈਨ ਕਰੂਗਾ, ਕੀ ਬਣ ਜੂਗਾ ਜੀ? ਉਹ ਲਾ ਬਣ ਜੂਗਾ। ਇੱਦਾਂ ਹੀ ਇਹ ਸਾਰਾ ਸਿਸਟਮ ਚੱਲਦਾ ਹੈਗਾ। ਚਲੋ ਜੀ, ਅਗਲੇ ਕੁਐਸਚਨ 'ਤੇ ਆਪਾਂ ਹੁਣ ਮੂਵ ਕਰਦੇ ਹਾਂ। ਅਗਲਾ ਸਵਾਲ ਕੀ ਹੈ? ਇਨ ਵਿਚ ਆਫ ਫੋਲੋਇੰਗ ਕੰਟਰੀ ਦਾ ਸਿਸਟਮ ਆਫ ਜੁਡੀਸ਼ੀਅਲ ਰਿਵਿਊ ਵਾਜ ਓਰੀਜੀਨੇਟ। ਮਤਲਬ ਜੁਡੀਸ਼ੀਅਲ ਰਿਵਿਊ ਹੈ ਜਿਹੜੇ ਕਿਤੋਂ ਲਏ ਆ? ਆਪਾਂ ਦੱਸ ਚੁੱਕੇ ਹਾਂ। ਜਿੰਨਾ ਵੀ ਜੁਡੀਸ਼ਲੀ ਦਾ ਕੰਮ ਹੈ, ਜਿੰਨਾ ਵੀ ਨਿਆਂਪਾਲਿਕਾ ਦਾ ਕੰਮ ਹੈ, ਉਹ ਆਪਾਂ ਕਿਤੋਂ ਲਿਆ ਗਾ? ਇਹਦੇ ਆਪਸ਼ਨ ਹੈਗੇ ਨੇ ਫਰਾਂਸ, ਜਰਮਨੀ, USA, ਬ੍ਰਿਟੇਨ। ਇਹ ਆਪਾਂ ਲਿਆ ਜੀ USA ਤੋਂ। ਤੁਹਾਨੂੰ ਪਤਾ USA ਦਾ ਜਿਹੜਾ ਨਿਆਂ ਪ੍ਰਣਾਲੀ ਹੈ ਬਹੁਤ ਜ਼ਿਆਦਾ ਸਟਰੋਂਗ ਹੈ, ਅਤੇ ਇਹ ਆਪਾਂ ਜਿਹੜੀ ਨਿਆਂਪਾਲਿਕਾ ਆਪਾਂ ਕਿਤੋਂ ਲਈ ਹੈ? USA ਤੋਂ ਲਈ ਹੈ। ਅਤੇ ਸਵਾਲ ਕਈ ਵਾਰ ਬਣ ਜਾਂਦਾ ਆਪਣੇ ਦੇਸ਼ ਦੀ ਸਭ ਤੋਂ ਵੱਡੀ ਨਿਆਂਪਾਲਿਕਾ ਯਾਨੀ ਕਿ ਅਦਾਲਤ ਕਿਹੜੀ ਹੈ? ਤਾਂ ਹੈਗੀ ਹੈ ਜੀ ਸੁਪਰੀਮ ਕੋਰਟ। ਕਿਹੜੀ ਹੈ? ਸੁਪਰੀਮ ਕੋਰਟ। ਠੀਕ ਹੈ। ਸੁਪਰੀਮ ਕੋਰਟ ਦੇ ਵਿੱਚ ਜੱਜ ਪੁੱਛ ਲੈਂਦੇ ਆ। ਐਟ ਪ੍ਰੈਜ਼ੈਂਟ ਕਿੰਨੇ ਜੱਜ ਨੇ? 34 ਜੱਜ ਨੇ। 33 ਜੱਜ ਅਤੇ ਇੱਕ ਹੈਗਾ ਚੀਫ ਜਸਟਿਸ ਆਫ ਇੰਡੀਆ। ਅਤੇ ਸੁਪਰੀਮ ਕੋਰਟ ਬਣੀ ਕਦੋਂ ਸੀ ਜੀ? ਇਹ 28 ਜਨਵਰੀ 1950 ਨੂੰ ਬਣੀ ਸੀ। 28 ਜਨਵਰੀ 1950 ਨੂੰ ਬਣੀ ਸੀ। ਠੀਕ ਹੈ। ਜੇ ਕੋਈ ਰਿਟ ਵਗੈਰਾ, ਪਿੱਲ ਵਗੈਰਾ, PIL ਰਿਟ ਅਤੇ PL, ਇਹ ਆਪਾਂ ਡਾਇਰੈਕਟ ਸੁਪਰੀਮ ਕੋਰਟ ਦੇ ਵਿੱਚ ਲਗਾ ਸਕਦੇ ਹਾਂ ਜੀ। ਚਲੋ ਜੀ, ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਅਗਲਾ ਸਵਾਲ ਕੀ ਹੈ? ਦ ਕੰਸੈਪਟ ਆਫ ਪਬਲਿਕ ਇੰਟਰਸਟ ਲਿਟੀਗੇਸ਼ਨ ਓਰੀਜੀਨੇਟ ਇਨ ਵਿਚ ਆਫ ਦੀ ਫੋਲੋਇੰਗ ਕੰਟਰੀ। ਮਤਲਬ ਜਿਹੜੀ ਪਿੱਲ ਦਾ ਕੰਸੈਪਟ ਹੈ, PIL ਦਾ ਕੰਸੈਪਟ ਹੈ, ਉਹ ਕਿਹੜੇ ਦੇਸ਼ ਤੋਂ ਯਾਨੀ ਕਿ ਇੰਟਰੋਡਿਊਸ ਕੀਤਾ ਗਾ? ਪਿੱਲ, ਪਬਲਿਕ ਇੰਟਰਸਟ ਲਿਟੀਗੇਸ਼ਨ। ਇਹਦੇ ਆਪਸ਼ਨ ਹੈਗੇ ਨੇ ਇੰਗਲੈਂਡ, USA, ਰਸੀਆ ਔਰ ਚਾਈਨਾ। ਦੇਖੋ ਇਹ ਆਪਾਂ ਲਿਆ ਗਾ USA ਤੋਂ। ਦੇਖੋ ਇਹ ਚੀਜ਼ ਕੀ ਹੈ? ਪਬਲਿਕ ਇੰਟਰਸਟ ਲਿਟੀਗੇਸ਼ਨ। ਦੇਖੋ ਵੈਸੇ ਜੇ ਆਪਣਾ ਕੋਈ ਆਪਸ ਪਰਸਨਲ ਮਾਮਲਾ ਹੋਵੇ ਆਪਾਂ ਡਾਇਰੈਕਟ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਪਹੁੰਚ ਨਹੀਂ ਕਰ ਸਕਦੇ, ਬਟ ਕੋਈ ਇੱਦਾਂ ਦਾ ਮਾਮਲਾ ਜੋ ਪਬਲਿਕ ਇੰਟਰਸਟ ਦਾ ਹੋਵੇ ਆਪਾਂ ਡਾਇਰੈਕਟ PIL ਲਗਾ ਸਕਦੇ ਹਾਂ। ਕਿਤੇ ਜੀ? ਸੁਪਰੀਮ ਕੋਰਟ ਦੇ ਵਿੱਚ। ਇਹ ਜਿਵੇਂ ਤੁਹਾਨੂੰ ਦੱਸ ਦਈਏ, ਜਿਵੇਂ ਆਪਣੇ ਘਰਾਂ ਦੇ ਕੋਲ ਕੋਈ ਫੈਕਟਰੀ ਲੱਗ ਰਹੀ ਹੈ, ਘਰਾਂ ਦੇ ਕੋਲ ਕੀ ਲੱਗ ਰਹੀ ਹੈ? ਫੈਕਟਰੀ ਲੱਗ ਰਹੀ ਹੈ। ਉਹ ਫੈਕਟਰੀ ਦੇ ਪ੍ਰਦੂਸ਼ਣ ਨਾਲ ਉੱਥੋਂ ਦੇ ਆਸੇ ਪਾਸੇ ਲੋਕਾਂ ਦੀ ਲਾਈਫ ਕੀ ਹੋ ਰਹੀ ਹੈ? ਪ੍ਰਭਾਵਿਤ ਹੋ ਰਹੀ ਹੈ। ਜਿਵੇਂ ਬਿਮਾਰੀਆਂ ਲੱਗ ਰਹੀਆਂ ਅਲੱਗ-ਅਲੱਗ। ਠੀਕ ਹੈ। ਇਨਵਾਇਰਮੈਂਟ ਖਰਾਬ ਹੋ ਰਿਹਾ, ਅਤੇ ਉਹ ਇਕੱਲੇ ਕਹਿਰੇ ਦਾ ਮੁੱਦਾ ਨਹੀਂ ਹੈਗਾ। ਉੱਥੇ ਜਾਣੀ ਜਿਹੜੇ ਆਸੇ ਪਾਸੇ ਰਹਿੰਦੇ ਆ ਕਾਫੀ ਜਣਿਆਂ ਦਾ ਮੁੱਦਾ ਗਾ। ਉਹ ਆਪਾਂ ਡਾਇਰੈਕਟ ਪਬਲਿਕ ਇੰਟਰਸਟ ਦੇ ਹਿਸਾਬ 'ਤੇ ਉੱਥੇ ਲਿਟੀਗੇਸ਼ਨ ਲਗਾ ਸਕਦੇ ਹਾਂ, ਜਿਹਦੇ ਨਾਲ ਉਹ ਜਿਹੜੀ ਸੁਪਰੀਮ ਕੋਰਟ ਹੈ ਉਹ ਫੈਕਟਰੀ ਨੂੰ ਕੀ ਕਰ ਸਕਦੀ ਹੈ? ਦੇਖ ਕੇ ਨਿਰੀਖਣ ਕਰਾ ਕੇ ਬੰਦ ਕਰਾ ਸਕਦੀ ਹੈ। ਇਹਨੂੰ ਬੋਲਿਆ ਜਾਂਦਾ
PIL, ਠੀਕ ਹੈ। ਜੇ ਇਕੱਲਾ ਬੰਦਾ ਕਵੇ ਆਖਿਆ ਮੈਂ ਜਾ ਕੇ ਸੁਪਰੀਮ ਕੋਰਟ, ਉਹ ਨਹੀਂ ਜਾ ਸਕਦਾ। ਉਹ ਪਹਿਲਾਂ ਲੋਕਾਂ ਦੇ ਸਾਈਨ ਵਗੈਰਾ ਲੋਕਾਂ ਨੂੰ ਨਾਲ ਲੈ ਕੇ ਜਿੰਨੇ ਵੀ ਹੈਗੇ ਆ ਫਿਰ ਹੀ ਲੱਗ ਸਕਦੀ ਹੈ। ਇਹਨੂੰ ਬੋਲਿਆ ਜਾਂਦਾ ਪਬਲਿਕ ਇੰਟਰਸਟ ਲਿਟੀਗੇਸ਼ਨ। ਇਹ ਕਿਹੜੇ ਦੇਸ਼ ਤੋਂ ਕਾਪੀ ਕੀਤਾ ਜੀ? USA ਤੋਂ। ਚਲੋ ਜੀ ਅਗਲਾ ਕੁਐਸਚਨ, ਅਗਲਾ ਸਵਾਲ ਇਹ ਹੈ, ਹੂ ਵਾਜ਼ ਦਾ ਕੌਨਸਟੀਟਿਊਸ਼ਨ ਐਡਵਾਈਜ਼ਰ ਇਨ ਕੌਨਸਟੀਟਿਊਸ਼ਨ ਐਡਵਾਈਜ਼ਰੀ। ਮਤਲਬ ਜਦੋਂ ਸੰਵਿਧਾਨ ਸਭਾ ਸੀ, ਸੰਵਿਧਾਨ ਬਣਾ ਰਹੀ ਸੀ, ਉਦੋਂ ਕੌਨਸਟੀਟਿਊਸ਼ਨ ਐਡਵਾਈਜ਼ਰ ਕੌਣ ਸੀ? ਦੇਖੋ ਉਦੋਂ ਸੀ, ਇਹਦੇ ਆਪਸ਼ਨ ਹੈਗੇ ਨੇ BN ਰਾਓ, BR ਅੰਬੇਦਕਰ, MN ਰਾਓ, KM ਮੁਨਸੀ। ਸੰਵਿਧਾਨ ਸਭਾ ਦਾ ਜਿਹੜਾ ਸਲਾਹਕਾਰ ਸੀ ਉਹ ਕੌਣ ਸੀ ਜੀ? BN ਰਾਓ, BN ਰਾਓ। ਸਵਾਲ ਇੱਥੇ ਵੀ ਆ ਜਾਂਦਾ, ਸੰਵਿਧਾਨ ਬਣਾਉਣ ਦਾ ਆਈਡੀਆ ਕਿਹੜੇ ਬੰਦੇ ਨੇ ਦਿੱਤਾ ਸੀ? ਸੰਵਿਧਾਨ ਬਣਾਉਣ ਦਾ ਆਈਡੀਆ ਕਿਹਨੇ ਦਿੱਤਾ ਸੀ ਜੀ? MN ਰਾਓ ਨੇ। MN ਰਾਓ 1934 ਦੇ ਵਿੱਚ ਸੰਵਿਧਾਨ ਬਣਾਉਣ ਦਾ ਉਹਨੇ ਆਈਡੀਆ ਦਿੱਤਾ ਸੀ। ਅਤੇ ਸਲਾਹਕਾਰ ਕੌਣ ਸੀ? BN ਰਾਓ। ਨਾਂ ਦੇ ਵਿੱਚ ਕਨਫਿਊਜ਼ਨ ਨਹੀਂ ਹੋਣਾ, ਉਹ ਰਾਓ ਆ, ਰਾਏ, ਠੀਕ ਹੈ। ਹੁਣ ਜਿਹੜੀ ਸੰਵਿਧਾਨ ਸਭਾ ਸੀ ਇਹ ਬਣੀ ਕਦੋਂ ਸੀ? 1946 ਨੂੰ। ਅਤੇ ਕੰਮ ਕਦੋਂ ਕੰਪਲੀਟ ਕਰਤਾ ਇਹਨਾਂ ਨੇ ਆਪਦਾ? 1949 ਨੂੰ। ਕਮੇਟੀਆਂ ਦੇ ਵਿੱਚ ਡਰਾਫਟਿੰਗ ਕਮੇਟੀ, ਫਲੈਗ ਕਮੇਟੀ, ਠੀਕ ਹੈ, ਯੂਨੀਅਨ ਕਮੇਟੀ, ਯੂਨੀਅਨ ਅਲੱਗ ਅਲੱਗ ਕਮੇਟੀਆਂ ਸੀ ਇਹਦੇ ਵਿੱਚ, ਠੀਕ ਹੈ ਜੀ। ਸੰਵਿਧਾਨ ਸਭਾ, ਠੀਕ ਹੈ। ਅਗਲੇ ਸਵਾਲ 'ਤੇ ਆਪਾਂ ਮੂਵ ਕਰਦੇ ਹਾਂ। ਵਾਟ ਇਜ਼ ਦਾ ਚੀਫ ਸੋਰਸ ਆਫ ਪੋਲੀਟੀਕਲ ਪਾਵਰ ਇਨ ਇੰਡੀਆ। ਮਤਲਬ ਜ਼ਿਆਦਾਤਰ ਚੀਫ ਸੋਰਸ ਕੀ ਹੈ ਇੰਡੀਆ ਦੇ ਵਿੱਚ? ਪੋਲੀਟੀਕਲ ਪਾਵਰ ਕਿਹਦੇ ਕੋਲ ਵੱਧ ਹੈ? ਲੋਕਾਂ ਕੋਲ ਹੈ, ਸੰਵਿਧਾਨ ਕੋਲ ਹੈ, ਪਾਰਲੀਮੈਂਟ ਕੋਲ ਹੈ, ਸਟੇਟ ਲੈਜਿਸਲੇਟਿਵ ਕੋਲ ਹੈ। ਦੇਖੋ ਜੇ ਤਾਂ ਇੱਥੇ ਲੋਕ ਨਹੀਂ ਲਿਖਿਆ ਸੀ ਤਾਂ ਆਨਸਰ ਆਪਾਂ ਸਿੱਧਾ ਕੀ ਲਾ ਦੇਣਾ ਸੀ? ਸੰਵਿਧਾਨ ਕੋਲ। ਸਭ ਤੋਂ ਵੱਧ ਤਾਕਤ ਕਿਹਦੇ ਕੋਲ ਹੈ? ਸੰਵਿਧਾਨ ਕੋਲ। ਪਰ ਪੋਲੀਟੀਕਲ ਚੀਫ ਸੋਰਸ ਪਾਵਰ ਕਿਹਦੇ ਕੋਲ ਹੈ ਜੀ? ਆਪਸ਼ਨ A ਲੋਕਾਂ ਕੋਲ ਹੈ, ਕਿਉਂਕਿ ਲੋਕ ਕਿਸੇ ਸਰਕਾਰ ਨੂੰ ਬਣਾ ਵੀ ਸਕਦੇ ਆ ਅਤੇ ਸਰਕਾਰ ਨੂੰ ਗਿਰਾ ਵੀ ਸਕਦੇ ਹੈ, ਠੀਕ ਹੈ। ਕੋਈ ਵੀ ਤਖਤਾ ਪਲਟ ਕੌਣ ਕਰੂਗਾ? ਲੋਕ ਕਰਨਗੇ, ਠੀਕ ਹੈ। ਚੀਫ ਸੋਰਸ ਆਫ ਪੋਲੀਟੀਕਲ ਪਾਵਰ ਇੰਡੀਆ 'ਚ ਕੌਣ ਹੈ? ਲੋਕ। ਚਲੋ ਜੀ ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਤਾਂ ਨੈਸ਼ਨਲ ਐਂਥਮ ਵਾਜ਼ ਅਡੋਪਟਡ ਬਾਈ ਕੌਨਸਟੀਟਿਊਸ਼ਨਲ ਅਸੈਂਬਲੀ ਇਨ। ਮਤਲਬ ਜਿਹੜਾ ਆਪਣਾ ਰਾਸ਼ਟਰੀ ਗਾਨ ਹੈ ਉਹ ਸੰਵਿਧਾਨ ਯਾਨੀ ਕਿ ਕੌਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕਦੋਂ ਅਡੋਪਟ ਕੀਤਾ ਸੀ? ਕਦੋਂ ਅਡੋਪਟ ਕੀਤਾ ਸੀ? ਇਹਦੇ ਆਪਸ਼ਨ ਹੈਗੇ ਨੇ 24 ਮਈ 1949, 24 ਨਵੰਬਰ 1949, 24 ਜਨਵਰੀ 1950, 24 ਜੂਨ 1950। ਦੇਖੋ 26 ਜਨਵਰੀ ਨੂੰ ਆਪਾਂ ਕੀ ਕਰਨਾ ਸੀ? ਆਪਣਾ ਸੰਵਿਧਾਨ ਨੂੰ ਕੀ ਕਰਨਾ ਸੀ? ਫੋਰਸ ਦੇ ਵਿੱਚ ਕਰਨਾ ਸੀ, ਯਾਨੀ ਕਿ 2 ਦਿਨ ਪਹਿਲਾਂ ਆਪਣੇ ਨੇ ਇਹ ਜਿਹੜੇ ਨੈਸ਼ਨਲ ਐਂਥਮ ਆ ਅਡੋਪਟ ਕੀਤਾ ਸੀ, ਠੀਕ ਹੈ ਜੀ, 24 ਜਨਵਰੀ 1950। ਅਤੇ ਜਿਹੜਾ ਇਹ ਨੈਸ਼ਨਲ ਐਂਥਮ ਹੈ ਇਹ ਹੈ ਕਿਹੜਾ ਜੀ? ਜਨ ਗਣ ਮਨ। ਜਨ ਗਣ ਮਨ ਲਿਖਿਆ ਕਿਹਨੇ ਸੀ ਜੀ? ਉਹ ਆਪਣਾ ਰਵਿੰਦਰ ਨਾਥ ਟੈਗੋਰ ਨੇ, ਠੀਕ ਹੈ। ਰਵਿੰਦਰ ਨਾਥ ਟੈਗੋਰ ਬਾਰੇ ਤੁਹਾਨੂੰ ਪਤਾ ਹੀ ਹੈ, ਪਹਿਲਾ ਲਿਟਰੇਚਰ ਦੇ ਵਿੱਚ ਜਿਹੜਾ ਨੋਬਲ ਪ੍ਰਾਈਜ਼ ਹੈ ਗੀਤਾਂਜਲੀ ਬੁੱਕ ਲਈ ਰਵਿੰਦਰ ਨਾਥ ਟੈਗੋਰ ਨੂੰ 1913 ਦੇ ਵਿੱਚ ਮਿਲਿਆ ਹੈਗਾ, ਠੀਕ ਹੈ ਜੀ। ਇਸੇ ਦਿਨ ਹੀ 24 ਜਨਵਰੀ 1950 ਨੂੰ ਆਪਣਾ ਗੀਤ ਵੀ ਅਡੋਪਟ ਕੀਤਾ ਸੀ। ਗੀਤ ਤੁਹਾਨੂੰ ਪਤਾ ਹੀ ਹੈ ਜੀ, ਬੰਦੇ ਮਾਤਰਮ, ਜਿਹੜਾ ਕਿਹੜੇ ਬੰਦੇ ਦਾ ਸੀ? ਬਿਕਰਮ ਨਾਥ ਚੈਟਰਜੀ, ਆਨੰਦ ਮੱਠ ਬੁੱਕ 'ਚੋਂ ਲਿਆ ਸੀ। ਇਸ ਤੋਂ ਇਲਾਵਾ ਆਪਣਾ ਕੀ ਹੈ ਜੀ, ਜਿਵੇਂ ਰਿਵਰ, ਨੈਸ਼ਨਲ ਰਿਵਰ ਕਿਹੜੀ ਹੈ? ਗੰਗਾ। ਫਲਾਵਰ ਕਿਹੜਾ ਗਾ? ਲੋਟਸ, ਠੀਕ ਹੈ। ਫਲੈਗ ਹੋ ਗਿਆ, ਠੀਕ ਹੈ, ਜਿਹੜੀ ਕਈ ਵਾਰ ਪੁੱਛ ਲੈਂਦਾ ਰੇਸ਼ੋ ਕਿੰਨੀ ਆ ਉਹਦੀ? 3:2, ਠੀਕ ਹੈ। ਇਸ ਤੋਂ ਬਾਅਦ ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ। ਇੰਡੀਅਨ ਕੌਨਸਟੀਟਿਊਸ਼ਨ ਇਜ਼ ਫੈਡਰਲ, ਕੁਆਸੀ ਫੈਡਰਲ ਜਾਂ ਯੂਨੀਟਰੀ ਜਾਂ ਪ੍ਰੈਜ਼ੀਡੈਂਸ਼ੀਅਲ। ਸੰਵਿਧਾਨ ਦਾ ਢਾਂਚਾ ਕੀ ਹੈ? ਫੈਡਰਲ ਹੈ ਜਾਂ ਕੁਆਸੀ ਫੈਡਰਲ ਹੈ ਜਾਂ ਯੂਨੀਟਰੀ ਹੈ ਜਾਂ ਪ੍ਰੈਜ਼ੀਡੈਂਸ਼ੀਅਲ ਹੈ? ਇੰਡੀਅਨ ਕੌਨਸਟੀਟਿਊਸ਼ਨ ਕੀ ਹੈ ਜੀ? ਕੁਆਸੀ ਫੈਡਰਲ। ਕੀ ਹੈ? ਕੁਆਸੀ ਫੈਡਰਲ। ਇਹਦੇ ਬਾਰੇ ਤੁਹਾਨੂੰ ਦੱਸਣਾ ਬਣਦਾ, ਫੈਡਰਲ ਹੁੰਦਾ ਕੀ ਹੈ, ਕੁਆਸੀ ਫੈਡਰਲ ਕੀ ਹੈ। ਫੈਡਰਲ ਦਾ ਮਤਲਬ ਕੀ ਹੈ? ਜਿਵੇਂ ਅਮਰੀਕਾ ਦੇ ਵਿੱਚ ਕੀ ਹੈ? ਫੈਡਰਲ ਸਿਸਟਮ ਹੈ। ਫੈਡਰਲ ਸਿਸਟਮ ਮਤਲਬ ਕੀ ਹੈ? ਸਟੇਟ ਅਲੱਗ ਕੰਮ ਕਰਦੇ ਆ, ਸੈਂਟਰ ਅਲੱਗ ਕੰਮ ਕਰਦਾ, ਠੀਕ ਹੈ। ਪਾਵਰਾਂ ਦਾ ਡਿਸਟਰੀਬਿਊਸ਼ਨ ਹੈ। ਪਾਵਰਾਂ ਦਾ ਕੀ ਹੈ? ਡਿਸਟਰੀਬਿਊਸ਼ਨ ਹੈ। ਸਟੇਟ ਸੈਂਟਰ 'ਚ ਨਹੀਂ ਇੰਟਰਫੇਅਰ ਕਰੂਗਾ, ਸੈਂਟਰ ਸਟੇਟ 'ਚ ਨਹੀਂ ਕਰੂਗਾ। ਇਹਨੂੰ ਕੀ ਬੋਲਿਆ ਜਾਂਦਾ? ਫੈਡਰਲ। ਬਟ ਆਪਣੇ ਇੰਡੀਆ ਦੇ ਵਿੱਚ ਕੀ ਹੈ ਜੀ? ਕੁਆਸੀ ਫੈਡਰਲ ਹੈ। ਕੁਆਸੀ ਫੈਡਰਲ ਮਤਲਬ ਕੀ ਹੈ? ਸ਼ਕਤੀਆਂ ਦੀ ਵੰਡ ਤਾਂ ਹੈ ਹੀ ਹੈ, ਪਰ ਕਿਤੇ ਨਾ ਕਿਤੇ ਸੈਂਟਰ ਸਟੇਟ ਦੇ ਮਾਮਲਿਆਂ ਦੇ ਵਿੱਚ ਕੀ ਕਰ ਜਾਂਦਾ? ਦਖਲ ਕਰ ਜਾਂਦਾ। ਜਿਵੇਂ ਗਵਰਨਰ ਨੂੰ ਅਪੁਆਇੰਟਮੈਂਟ ਕਰਨੀ ਹੈ, ਮਤਲਬ ਨੈਸ਼ਨਲ ਐਮਰਜੈਂਸੀ ਲਾਤੀ, ਸਟੇਟਾਂ ਦੀਆਂ ਪਾਵਰਾਂ ਘੱਟ ਹੋ ਗਈਆਂ, ਤਾਂ ਭਾਰਤ ਦੇ ਵਿੱਚ ਇੰਡੀਅਨ ਕੌਨਸਟੀਟਿਊਸ਼ਨ ਕਿਹੜਾ ਜੀ? ਕੁਆਸੀ ਫੈਡਰਲ, ਠੀਕ ਹੈ। ਚਲੋ ਜੀ ਅਗਲੀ ਆਪਾਂ ਮੂਵ ਕਰਦੇ ਹਾਂ ਅੱਗੇ। ਆਪਣੇ ਕੋਲ ਅੱਗੇ ਹੈਗਾ ਆਪਣਾ ਦਾ ਟੋਟਲ ਨੰਬਰ ਆਫ ਲੈਂਗੁਏਜ ਇਨ 8th ਸ਼ਡਿਊਲ ਆਫ ਇੰਡੀਅਨ ਕੌਨਸਟੀਟਿਊਸ਼ਨ। ਮਤਲਬ ਭਾਰਤੀ ਸੰਵਿਧਾਨ ਦੇ ਵਿੱਚ 8ਵੇਂ ਸ਼ਡਿਊਲ ਦੇ ਵਿੱਚ ਕਿੰਨੀਆਂ ਲੈਂਗੁਏਜ ਆਈਆਂ?
ਦੇਖੋ ਅੱਜ ਦੇ ਪ੍ਰੈਜੈਂਟ ਦੇ ਵਿੱਚ ਕਿੰਨੀਆਂ ਆਈਆਂ 22 ਲੈਂਗੁਏਜਾਂ। ਕਿੰਨੀਆਂ ਜੀ 22 ਲੈਂਗੁਏਜਾਂ। ਕਿਹੜੇ ਸ਼ਡਿਊਲ ਦੇ ਵਿੱਚ 8ਵੀਂ ਅਨੁਸੂਚੀ ਦੇ ਵਿੱਚ। ਦੇਖੋ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਆਪਣੇ ਦੇਸ਼ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਕਿੰਨੇ ਸ਼ਡਿਊਲ ਸੀ 8 ਸ਼ਡਿਊਲ ਸੀ, ਜਿਹੜੇ ਵੱਧ ਕੇ ਕਿੰਨੇ ਹੋ ਗਏ 12 ਹੋ ਗਏ ਜੀ। ਕਿੰਨੇ ਹੋ ਗਏ 12। ਅਤੇ 22 ਲੈਂਗੁਏਜ ਬਾਰੇ ਆਪਾਂ ਅਗਲੀ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ ਕਿਹੜੀਆਂ ਕਿਹੜੀਆਂ ਨੇ। ਠੀਕ ਹੈ, ਹੁਣ ਇਹ ਜਿਹੜੀਆਂ 8ਵੇਂ ਸ਼ਡਿਊਲ ਦੇ ਵਿੱਚ ਅਮੈਂਡਮੈਂਟ ਹੋਈ ਹੈ, ਪਹਿਲੀ ਅਮੈਂਡਮੈਂਟ 21ਵੀਂ ਅਮੈਂਡਮੈਂਟ ਦੇ ਵਿੱਚ ਇੱਕ ਲੈਂਗੁਏਜ ਐਡ ਕੀਤੀ ਸੀ। ਕਿਹੜੀ ਲੈਂਗੁਏਜ ਐਡ ਕੀਤੀ ਸੀ ਸਿੰਧੀ। ਠੀਕ ਹੈ, ਇਸ ਤੋਂ ਬਾਅਦ ਸੈਕਿੰਡ ਟਾਈਮ ਇਹਦੇ ਵਿੱਚ ਅਮੈਂਡਮੈਂਟ ਹੋਈ ਸੀ। ਕਿਹੜੀ ਹੋਈ ਸੀ 71 ਅਮੈਂਡਮੈਂਟ, ਜਿਹਦੇ ਵਿੱਚ 3 ਲੈਂਗੁਏਜ ਐਡ ਕੀਤੀਆਂ ਸੀ ਮਣੀਪੁਰ, ਕੋਂਕਣ ਔਰ ਨੇਪਾਲੀ। ਥਰਡ ਵਾਰ ਜਿਹੜੀ ਲਾਸਟ ਹੋਈ ਇਹਦੇ ਵਿੱਚ 92 ਅਮੈਂਡਮੈਂਟ ਜਿਹੜੀ ਪੇਪਰ ਦੇ ਵਿੱਚ ਆਉਂਦੀ ਹੈ, ਜਿਹਦੇ ਵਿੱਚ 4 ਲੈਂਗੁਏਜਾਂ ਐਡ ਕੀਤੀਆਂ ਸੀ ਬੋਡੋ, ਡੋਗਰੀ, ਮੈਥਲੀ ਔਰ ਸੰਥਲੀ। ਠੀਕ ਹੈ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ। ਕਈ ਵਾਰੀ ਪੇਪਰ 'ਚ ਰਿਪੀਟ ਹੋ ਚੁੱਕਿਆ, ਇੱਥੋਂ ਸਵਾਲ ਬਣ ਸਕਦਾ ਹੈ। ਸਵਾਲ ਕਈ ਵਾਰ ਇਹ ਵੀ ਬਣਦਾ 8ਵੇਂ ਸ਼ਡਿਊਲ ਦੇ ਵਿੱਚ ਕਿਹੜੀ ਲੈਂਗੁਏਜ ਹੈ ਨਹੀਂ, ਉੱਥੇ ਪਾਇਆ ਹੁੰਦਾ ਇੰਗਲਿਸ਼। ਇੰਗਲਿਸ਼ ਆਪਣੀ 8th ਸ਼ਡਿਊਲ ਦੇ ਵਿੱਚ ਨਹੀਂ ਆਉਂਦੀ। ਚਲੋ ਜੀ ਅਗਲੀ ਪੰਜਾਬੀ ਆਉਂਦੀ ਹੈ 8th ਸ਼ਡਿਊਲ ਦੇ ਵਿੱਚ। ਅਗਲੀ 'ਤੇ ਮੂਵ ਕਰਦੇ ਹਾਂ। ਹੁਣ ਜਿਹੜੇ ਆਪਣੀਆਂ ਅਨੁਸੂਚੀਆਂ ਨੇ ਉਹਨਾਂ ਨੂੰ ਲਿਸਟ ਵਾਈਜ਼ ਕੀਤਾ ਹੋਇਆ ਹੈਗਾ। ਸਭ ਤੋਂ ਪਹਿਲਾ ਜਿਹੜਾ ਸ਼ਡਿਊਲ ਹੈ ਇਹਦੇ ਵਿੱਚ ਆਪਾਂ ਕਿਹਦੇ ਬਾਰੇ ਡਿਸਕਸ ਕੀਤਾ ਗਾ, ਤੁਹਾਨੂੰ ਪਤਾ ਹੀ ਹੈ ਸਟੇਟ ਐਂਡ ਯੂਟੀ। ਠੀਕ ਹੈ, ਸਟੇਟ ਐਂਡ ਯੂਟੀ ਮਤਲਬ ਆਪਣੇ 28 ਸਟੇਟ ਨੇ, 7 ਯੂਟੀਆਂ ਨੇ। ਪਹਿਲਾਂ 29 ਸਟੇਟ ਹੋ ਗਏ ਸੀ, ਇਸ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲਦਾਖ ਨੂੰ ਯੂਟੀ ਬਣਾ ਤਾ, ਦਮਨ ਐਂਡ ਦਿਊ ਨੂੰ ਮਰਜ ਕਰਤਾ। ਐਟ ਪ੍ਰੈਜੈਂਟ ਕਿੰਨੀਆਂ ਸਟੇਟ ਨੇ 28 ਸਟੇਟ ਨੇ, 7 ਯੂਟੀ ਹੈ, 25 ਹਾਈ ਕੋਰਟ ਨੇ। 25ਵੀਂ ਹਾਈ ਕੋਰਟ ਕਿਹੜੀ ਬਣੀ ਸੀ ਜੀ ਅਮਰਾਵਤੀ। ਸੈਕਿੰਡ ਸ਼ਡਿਊਲ ਦੇ ਵਿੱਚ ਕੀ ਹੈ ਸੈਲਰੀਜ਼ ਸੈਲਰੀ ਔਰ ਪਾਵਰ ਆਫ ਪ੍ਰੈਜ਼ੀਡੈਂਟ, ਗਵਰਨਰ ਆਫ ਸਟੇਟ, ਸਪੀਕਰ, ਡਿਪਟੀ ਸਪੀਕਰ, ਰਾਜ ਸਭਾ, ਲੋਕ ਸਭਾ। ਠੀਕ ਹੈ, ਸੁਪਰੀਮ ਕੋਰਟ ਤੁਹਾਨੂੰ ਪਤਾ ਹੀ ਹੈ। ਥਰਡ ਕੀ ਹੈ ਉਹਨਾਂ ਦੀ ਸਹੁੰ। ਥਰਡ ਸ਼ਡਿਊਲ ਦੇ ਵਿੱਚ ਕੀ ਹੈ ਓਥ ਹੈ ਜਿਹੜੀ। ਠੀਕ ਹੈ, ਜਿੰਨੇ ਵੀ ਅਹੁਦੇ ਹੈ ਉਹਨਾਂ ਦੀ ਓਥ। ਚੌਥੇ ਦੇ ਵਿੱਚ ਕੀ ਹੈ ਜਿਵੇਂ ਆਪਣੇ ਪੰਜਾਬ ਰਾਜ ਸਭਾ ਦੇ ਵਿੱਚੋਂ ਸਟੇਟ ਦੇ ਵਿੱਚੋਂ ਕਿੰਨੇ ਰਾਜ ਸਭਾ ਦੇ ਮੈਂਬਰ ਲਏ ਜਾਣਗੇ। ਜਿਵੇਂ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਕਿੰਨੇ ਲਏ ਜਾਂਦੇ ਆ ਜੀ 7। ਹਰਿਆਣੇ ਦੇ ਵਿੱਚ ਕਿੰਨੇ ਲਏ ਜਾਂਦੇ ਆ 5। ਠੀਕ ਹੈ, MP ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਕਿੰਨੇ ਟਾਈਮ ਦੀ ਟਰਮ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ 6 ਸਾਲਾਂ ਦੀ। ਅਗਲਾ ਸਵਾਲ ਕੀ ਹੈ ਸ਼ਡਿਊਲ ਏਰੀਆ ਐਂਡ ਸ਼ਡਿਊਲ ਟਰਾਈਬ ਐਡਮਿਨ ਐਂਡ ਕੰਟਰੋਲ ਲਾ ਡਿਟੇਲ। ਯਾਨੀ ਕਿ ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ 6 ਸ਼ਡਿਊਲ ਦੇ ਵਿੱਚ ਕੀ ਹੈ ਸੇਮ ਚੀਜ਼ ਹੈ ਪਰ 4 ਰੀਜਨ ਮੇਨ ਆ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਠੀਕ ਹੈ ਜੀ, ਹੁਣ 7 ਸ਼ਡਿਊਲ ਦੇ ਵਿੱਚ ਕੀ ਹੈ ਡਿਸਟਰੀਬਿਊਸ਼ਨ ਆਫ ਪਾਵਰ ਬਿਟਵੀਨ ਸਟੇਟ ਯੂਨੀਅਨ। ਠੀਕ ਹੈ, ਜਿਹਦੇ ਵਿੱਚ 3 ਲਿਸਟਾਂ ਆਉਣਗੀਆਂ। ਕਿਹੜੀਆਂ ਆਉਣਗੀਆਂ ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਤੁਹਾਨੂੰ ਦੱਸ ਚੁੱਕੇ ਹਾਂ ਕਿਹਤੋਂ ਲਿਆ ਜੀ ਆਸਟ੍ਰੇਲੀਆ ਤੋਂ ਲਿਆ ਗਾ। ਇਸ ਤੋਂ ਬਾਅਦ ਜਿਹੜਾ 8ਵਾਂ ਗਾ 8ਵੇਂ ਦੇ ਵਿੱਚ ਆਪਾਂ ਹੁਣੇ ਡਿਸਕਸ ਕਰ ਚੁੱਕੇ ਹਾਂ ਓਫੀਸ਼ੀਅਲ ਲੈਂਗੁਏਜ। ਇਹਦੇ ਵਿੱਚ ਆਪਣੇ ਭਾਰਤ ਦੀਆਂ ਕਿੰਨੀਆਂ ਲੈਂਗੁਏਜ ਨੇ ਟੋਟਲ ਓਫੀਸ਼ੀਅਲ ਜੀ 22 ਲੈਂਗੁਏਜ ਨੇ, ਜਿਹਦੇ ਵਿੱਚ ਇੰਗਲਿਸ਼ ਹੈ ਨਹੀਂ। ਇਹ ਜਿਹੜੇ 8 ਸੀ ਇਹ ਸੰਵਿਧਾਨ ਬਣਨ ਤੋਂ ਪਹਿਲਾਂ ਸੀ, ਪਰ ਜਿਹੜੇ ਬਾਅਦ ਦੇ ਵਿੱਚ 9ਵਾਂ ਐਡ ਕੀਤਾ ਜਿਵੇਂ ਵੈਲੀਡੇਸ਼ਨ ਆਫ ਸਰਟੇਨ ਐਕਟ ਐਂਡ ਰੈਗੂਲੇਸ਼ਨ, ਲੈਂਡ ਰਿਫੋਰਮ ਬੋਲਿਆ ਜਾਂਦਾ। 10ਵੇਂ ਨੂੰ ਐਂਟੀ ਡਿਫੈਕਸ਼ਨ ਲਾ ਵੀ ਕਿਹਾ ਜਾਂਦਾ ਗਾ, ਜਿਹਦੇ ਵਿੱਚ ਕੀ ਹੈ 52ਵੀਂ ਅਮੈਂਡਮੈਂਟ ਰਾਹੀਂ ਇਹ ਐਡ ਕੀਤਾ ਸੀ। ਇਹਦੇ 11ਵੇਂ ਦੇ ਵਿੱਚ ਕੀ ਆ ਪੰਚਾਇਤਾਂ ਲਈ। ਠੀਕ ਹੈ ਜੀ, 12ਵੇਂ 'ਚ ਕੀ ਹੈ ਮਿਊਨਸੀਪੈਲਿਟੀ ਲਈ। ਇਹ ਸਾਰਾ ਤੁਸੀਂ ਨੋਟ ਕਰ ਲਿਓ, ਡਿਸਕਸ ਕਰ ਲਿਓ, ਬਹੁਤ ਹੀ ਵਧੀਆ ਟੋਪਿਕ ਹੈ, ਇੱਥੋਂ ਸਵਾਲ ਬਣ ਸਕਦਾ। ਚਲੋ ਜੀ ਅਗਲੀ ਸਲਾਈਡ 'ਤੇ ਮੂਵ ਕਰਦੇ ਹਾਂ। ਅਗਲਾ ਹੈਗਾ ਵਿਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਸਟੇਟ। ਮਤਲਬ ਇੱਥੇ ਸਭ ਤੋਂ ਪਹਿਲਾਂ ਤਾਂ ਸਟੇਟ ਨੂੰ ਸਮਝਣਾ ਹੋਊ। ਇੱਥੇ ਸਟੇਟ ਦਾ ਮਤਲਬ ਇਹ ਨਹੀਂ ਹੈਗਾ ਕਿ ਪੰਜਾਬ, ਹਰਿਆਣਾ, ਰਾਜਸਥਾਨ। ਇੱਥੇ ਸਟੇਟ ਦਾ ਮਤਲਬ ਹੈ ਦੇਸ਼। ਸਟੇਟ ਦਾ ਮਤਲਬ ਕਿ ਪੋਲੀਟੀਕਲ ਦੇ ਵਿੱਚ ਸਟੇਟ ਨੂੰ ਕੀ ਮੰਨਿਆ ਜਾਂਦਾ ਕੋਈ ਦੇਸ਼। ਸਟੇਟ ਕਿਹਤੋਂ ਮਿਲ ਕੇ ਬਣਦਾ ਗਾ ਪਹਿਲੀ ਗੱਲ ਤਾਂ ਆਪਾਂ ਆਨਸਰ ਦੇ ਦਈਏ ਪਾਪੂਲੇਸ਼ਨ, ਲੈਂਡ, ਆਰਮੀ ਔਰ ਗੌਰਮੈਂਟ। ਠੀਕ ਹੈ, ਇਹਦਾ ਜਿਹੜਾ ਸਹੀ ਆਨਸਰ ਹੈਗਾ ਆਰਮੀ। ਆਰਮੀ ਸਟੇਟ ਦੇ ਵਿੱਚ ਨਹੀਂ ਆਉਂਦਾ। ਹੁਣ ਸਟੇਟ ਨੂੰ ਸਮਝਾਂਗੇ ਸਟੇਟ ਕੀ ਹੁੰਦਾ ਜੀ। ਸਟੇਟ ਮੇਨ 4 ਚੀਜ਼ਾਂ ਤੋਂ ਮਿਲ ਕੇ ਬਣਦਾ ਗਾ। ਸਟੇਟ ਮੇਨ 4 ਚੀਜ਼ਾਂ ਤੋਂ ਮਿਲ ਕੇ ਬਣਦਾ ਗਾ। ਸਭ ਤੋਂ ਪਹਿਲਾਂ ਤਾਂ ਕੀ ਹੋਵੇ ਲੈਂਡ ਹੋਵੇ, ਕੀ ਹੋਵੇ ਲੈਂਡ ਹੋਵੇ। ਫਿਰ ਉੱਥੇ ਲੋਕ ਜਨਤਾ ਰਹਿੰਦੀ ਹੋਵੇ, ਪੀਪਲ ਰਹਿੰਦੇ ਹੋਣ। ਠੀਕ ਹੈ, ਪੀਪਲ ਨੂੰ ਫਿਰ ਕੰਟਰੋਲ ਕਰਨ ਵਾਸਤੇ, ਉਹਨਾਂ ਦੀ ਮੈਨੇਜਮੈਂਟ ਕਰਨ ਵਾਸਤੇ, ਉਹਨਾਂ ਦੀਆਂ ਸਹੂਲਤਾਂ ਵਾਸਤੇ ਕੌਣ ਹੋਵੇ ਉੱਥੇ ਗੌਰਮੈਂਟ ਹੋਵੇ। ਗੌਰਮੈਂਟ ਵੀ ਹੁਣ ਐਵੇਂ ਨਾ ਹੋਵੇ ਕਿ ਕਿਸੇ ਦੇ ਪ੍ਰਭਾਵ ਹੇਠਾਂ ਕੰਮ ਕਰੇ। ਗੌਰਮੈਂਟ ਆਪਦੇ ਡਿਸੀਜ਼ਨ ਹੋਣ। ਜਿਵੇਂ ਤਿੱਬਤ ਹੈ, ਤਿੱਬਤ ਚਾਈਨਾ ਦੇ ਪ੍ਰਭਾਵ ਨਾਲ ਚੱਲਦਾ, ਐਵੇਂ ਨਾ ਹੋਵੇ। ਆਪ ਦਾ ਪ੍ਰਭਾਵ ਹੋਵੇ, ਆਪ ਦੇ ਹਿਸਾਬ ਨਾਲ ਪ੍ਰਭੂਸੱਤਾ ਹੋਵੇ। ਠੀਕ ਹੈ, ਇਹਨਾਂ 4 ਚੀਜ਼ਾਂ ਤੋਂ ਕੀ ਮਿਲ ਕੇ ਬਣਦਾ ਆਪਣਾ ਸਟੇਟ। ਠੀਕ ਹੈ ਜੀ, ਇਸ ਹਿਸਾਬ 'ਤੇ ਆਪਾਂ ਆਨਸਰ ਕੀ ਲਾਇਆ
ਦੇਖੋ ਇਹਦੇ ਵਿੱਚ ਪਾਪੂਲੇਸ਼ਨ ਹੈਗੀ ਸੀ, ਲੈਂਡ ਹੈਗਾ ਸੀ, ਗੌਰਮੈਂਟ ਹੈਗੀ ਸੀ, ਪਰ ਆਰਮੀ ਇਹਦਾ ਨਹੀਂ ਪਾਰਟ। ਚਲੋ ਜੀ ਅਗਲੀ ਨੈਕਸਟ ਸਲਾਈਡ 'ਤੇ ਮੂਵ ਕਰਦੇ ਹਾਂ। ਇੱਥੇ ਪ੍ਰੋਪਰ ਆਪਾਂ ਨੂੰ ਸਲਾਈਡ ਦਿੱਤੀ ਹੋਈ ਹੈ ਇੰਡੀਅਨ ਪੋਲਿਟੀ ਦੀ। ਇਹਦੇ ਵਿੱਚ ਸਟੇਟ ਕੀ ਹੁੰਦਾ, ਸਟੇਟ 4 ਚੀਜ਼ਾਂ ਤੋਂ ਏਰੀਆ, ਜਨਸੰਖਿਆ, ਸੋਵਰਨਿਟੀ ਔਰ ਸਰਕਾਰ। ਠੀਕ ਹੈ ਜੀ। ਚਲੋ ਜੀ ਇਹਦੇ ਨਾਲ ਹੀ ਆਪਾਂ ਅੱਜ ਦੇ ਕੁਐਸਚਨ ਆਪਣੇ ਕੋਲ ਕੰਪਲੀਟ ਹੁੰਦੇ ਨੇ। ਸਾਡੀ ਵੀਡੀਓ ਨੂੰ ਕੀ ਕਰੋ ਜੀ, ਲਾਈਕ ਐਂਡ ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਤੁਹਾਨੂੰ ਅਤੇ ਅੱਗੇ ਸ਼ੇਅਰ ਕਰਿਓ। ਹਾਂਜੀ।